में करेंगे काम चलेंगे पूरे दाम। पीएसएल मैनेजमेंट मुर्दाबाद 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 पीएसएल मैनेजमेंट मुर्दाबाद 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 मजदूर का जिंदाबाद जिंदाबाद जिंदाबाद। चोर जुल्म की टक्कर में संघर्ष हमारा नारा है, चोर जुल्म की टक्कर में संघर्ष हमारा नारा है, चोर जुल्म की टक्कर में संघर्ष हमारा नारा है। पीएसएल के हक में करेंगे काम चलेंगे पूरे दाम। पीएसएल के हक में करेंगे काम चलेंगे पूरे दाम। नंगल की जनता के हक में करेंगे काम चलेंगे पूरे दाम। नंगल के हक में करेंगे काम चलेंगे पूरे दाम। संजय जी, ਅੱਜ ਕੀ ਮਸਲਾ ਸਾਰਾ ਤੁਹਾਡਾ? ਅੱਜ ਸਰ ਪੀਐਸਐਲ ਦੇ ਕਰਮਚਾਰੀ ਆਪਣੀ ਤਨਖਾਹ ਨੂੰ ਲੈ ਕੇ, ਆਪਣੀ ਸੈਲਰੀ ਨੂੰ ਲੈ ਕੇ ਕੱਲ੍ਹ ਦੇ 12 ਵਜੇ ਤੋਂ ਯੂਨੀਅਨ ਦੇ ਰਿਪਰੈਜ਼ੈਂਟੇਟਿਵ ਇੱਥੇ ਧਰਨੇ ਤੇ ਬੈਠੇ ਹੈ। ਧਰਨੇ ਦੇ ਕੇ ਅਸੀਂ ਇਹਨਾਂ ਨਾਲ ਗੱਲ ਕਰਨ ਆਏ ਸੀ ਵੀ ਪਹਿਲੀ ਤਰੀਕ ਨੂੰ ਸੈਲਰੀ ਸਾਡੀ ਨਹੀਂ ਪਈ। ਪਿਛਲੇ ਮਹੀਨੇ ਪੀਐਸਐਲ ਦੀ ਮੈਨੇਜਮੈਂਟ ਨੇ 8 ਕਰੋੜ ਰੁਪਏ ਦਾ ਮਾਲ ਵੇਚਿਆ ਤੇ ਸਾਨੂੰ 70% ਸੈਲਰੀ ਦਿੱਤੀ। ਇਸ ਮਹੀਨੇ ਦੇ ਵਿੱਚ 17 ਕਰੋੜ ਰੁਪਏ ਦਾ ਫੈਕਟਰੀ ਨੇ ਮਾਲ ਵੇਚਿਆ। ਐਮਡੀ ਸਾਹਿਬ ਸਾਨੂੰ ਕਹਿੰਦੇ ਤੁਹਾਨੂੰ ਇਸ ਵਾਰੀ ਵੀ ਅਸੀਂ 70% ਸੈਲਰੀ ਦੇ ਸਕਦੇ ਹਾਂ। ਮੈਂ ਇਹਨਾਂ ਦੇ ਪੁੱਛਣਾ ਚਾਹੁੰਦਾ ਵੀ ਤੁਹਾਡਾ ਇਹ ਹਿਸਾਬ ਕਿਤਾਬ ਕਿਹੜਾ ਹੈਗਾ ਵੀ ਜੇ ਤੁਸੀਂ 8 ਕਰੋੜ ਦਾ ਮਾਲ ਵੇਚ ਕੇ ਵੀ ਸਾਨੂੰ 70% ਸੈਲਰੀ ਦੇ ਰਹੇ ਹੋ, ਅਗਰ 17 ਕਰੋੜ ਦਾ ਮਾਲ ਦੇ ਕੇ ਵੀ ਸਾਨੂੰ 70% ਸੈਲਰੀ ਦੇ ਰਹੇ ਹੋ। ਅਸੀਂ ਆਪਣੇ ਫੰਡਾਮੈਂਟਲ ਰਾਈਟ ਵਾਸਤੇ ਬੈਠੇ ਵੇ, ਅਸੀਂ ਕੋਈ ਐਡਵਾਂਸ ਸੈਲਰੀ ਨਹੀਂ ਮੰਗਦੇ। ਅਸੀਂ 1 ਮਹੀਨਾ ਕੰਮ ਕਰਨ ਤੋਂ ਬਾਅਦ ਕਰੋਨਾ ਮਹਾਮਾਰੀ ਦੇ ਵਿੱਚ ਸਾਡਾ ਇੱਕ ਵਰਕਰ ਇੱਥੇ ਆਉਂਦਾ ਰਿਹਾ, ਇੱਕ ਵਰਕਰ ਕੰਮ ਕਰਨ ਤੇ ਡਿਊਟੀ ਆਉਂਦਾ ਰਿਹਾ, ਲੇਕਿਨ ਪੀਐਸਐਲ ਦੇ ਅਫਸਰ ਘਰੀ ਬੈਠੇ ਰਹੇ। ਸਾਡੇ ਵਰਕਰ ਦੇ ਇਹਨਾਂ ਨੇ ਛੁੱਟੀਆਂ ਵੀ ਭਰਵਾਈਆਂ ਔਰ ਅੱਜ ਜੁੱਤੀਆਂ ਵੀ ਮਾਰਿਆ ਕਰਦੇ ਸਾਡੇ ਪਰ। ਔਰ ਇਸ ਮੈਨੇਜਮੈਂਟ ਸਾਨੂੰ 24 ਘੰਟੇ ਹੋ ਗਏ ਬੈਠਿਆਂ ਨੂੰ, 12 ਵਜੇ 24 ਘੰਟੇ ਹੋ ਗਏ। ਅਗਰ ਮੈਂ ਕਹਿੰਦਾ ਜੀ ਇੱਦਾਂ ਦੀ ਮੈਨੇਜਮੈਂਟ ਅਗਰ ਸਾਨੂੰ 1 ਮਹੀਨਾ ਕੰਮ ਕਰਨ ਤੋਂ ਬਾਅਦ ਵੀ ਇੱਦਾਂ ਇਹਨਾਂ ਦੇ ਮੋਹਰੇ ਹੱਥ ਅੱਡਣੇ ਪੈ ਰਹੇ ਆ, ਮੰਗ ਜਾਵਾਂਗੋ ਆਈ ਸਰ ਕੋਈ ਭਿਕਸ਼ਾ ਨਹੀਂ ਮੰਗ ਰਹੇ। ਪੀਐਸਐਲ ਫੈਕਟਰੀ ਕਰੋਨਾ ਮਹਾਮਾਰੀ ਦੇ ਦੌਰਾਨ ਵੀ ਚੱਲਦੀ ਰਹੀ, ਹੁਣ ਵੀ ਚੱਲ ਰਹੀ ਹੈ। ਹੁਣ ਦਿੱਕਤ ਇਹ ਹੈ ਵੀ ਐਮਡੀ ਸਾਹਿਬ ਤੇ ਇਹਨਾਂ ਨੇ ਸਰਕੂਲਰ ਲਵਾਤਾ ਵੀ ਕਾਸਟਿਕ ਦੀ ਪੂਰ ਡਿਮਾਂਡ ਹੈ, ਇਸ ਕਰਕੇ ਸਾਡੇ ਕੋਲ ਪੈਸੇ ਘੱਟ ਹੈ। ਕਾਸਟਿਕ ਦੀ ਡਿਮਾਂਡ ਦੀ ਗੱਲ ਕਰੀਏ ਤਾਂ ਕੱਲ੍ਹ ਇਹਨਾਂ ਕੋਲ ਕਾਸਟਿਕ ਦੀ ਡਿਮਾਂਡ ਜ਼ਿਆਦਾ ਸੀ, ਲੇਕਿਨ ਇਹਨਾਂ ਕੋਲ ਕਾਸਟਿਕ ਬਣਿਆ ਨਹੀਂ ਹੈ ਕਿਉਂਕਿ ਇਹਦਾ ਪਲਾਂਟ ਇਹਦੇ ਵਿੱਚ ਪ੍ਰੋਬਲਮ ਹੈਗੀ ਹੈ, ਇਹਨਾਂ ਕੋਲ ਟੈਕਨੀਕਲ ਪ੍ਰੋਬਲਮ ਚੱਲ ਰਹੀ ਹੈ। ਸੋ ਮੇਰੀ ਬੇਨਤੀ ਇਹੀ ਹੈ ਤੁਹਾਡੇ ਮਾਧਿਅਮ ਰਾਹੀਂ ਉੱਪਰ ਪੰਜਾਬ ਸਰਕਾਰ ਤੱਕ ਇਹ ਗੱਲ ਪਹੁੰਚਾਓ। ਪੀਐਸਐਲ ਦੇ ਜਿਹੜੇ ਕਰਮਚਾਰੀ ਹੈ ਇਹਨਾਂ ਨਾਲ ਧੱਕੇਸ਼ਾਹੀ ਹੋ ਰਹੀ ਹੈ। ਅਸੀਂ ਐਮਡੀ ਸਾਹਿਬ ਨਾਲ ਹਰੇਕ ਤਰ੍ਹਾਂ ਕੋਆਪਰੇਟ ਕੀਤਾ। ਸਾਡਾ ਪੁਰਾਣਾ ਰਿਕਾਰਡ ਚੱਕ ਕੇ ਦੇਖ ਲਓ, ਅਸੀਂ ਆਪਣਾ 2019-20 ਦਾ ਪੈਸਾ ਵੀ ਡੈਫਰ ਕੀਤਾ ਵਾ, ਹਾਲੇ ਤੱਕ ਸਾਡੀ ਸੈਲਰੀ ਦਾ ਏਰੀਅਰ ਵੀ ਪੈਂਡਿੰਗ ਪਿਆ ਵਾ। ਅੱਜ ਅਸੀਂ ਇੱਥੇ 24 ਘੰਟੇ ਆਪਣੀ ਤਨਖਾਹ ਲੈਣ ਵਾਸਤੇ ਬੈਠੇ ਆ, ਇੰਨੀ ਗਰਮੀ ਦੇ ਵਿੱਚ ਪੂਰੀ ਰਾਤ ਇੱਥੇ ਬੈਠੇ ਰਹੇ, ਲੇਕਿਨ ਐਮਡੀ ਸਾਹਿਬ ਦੇ ਕੰਨਾਂ ਪਰ ਜੂੰ ਨਹੀਂ ਡੰਗੀ। ਅੱਜ ਉਹ ਸਾਨੂੰ ਇਹ ਬੁਲਾ ਰਹੇ ਆ ਕਿ ਤੁਸੀਂ ਚੰਡੀਗੜ੍ਹ ਆ ਕੇ ਗੱਲ ਕਰ ਲਓ। ਵਰਕਰਾਂ ਦੀ ਇਹੀ ਡਿਮਾਂਡ ਹੈ ਕਿ ਸਾਡੀ ਸੈਲਰੀ ਤੁਸੀਂ ਦੇ ਦਿਓ। 70% ਉਹ ਮੰਨ ਕੇ ਕਹਿੰਦੇ ਅਸੀਂ ਦੇਣੀ ਹੈ। ਉੱਪਰੋਂ ਮੈਂ ਇਹਨਾਂ ਨੂੰ ਇੱਕ ਹੋਰ ਓਵਰ ਦਿੱਤੀ ਵੀ ਸਰ ਅਸੀਂ ਐਡਾਮੈਂਟ ਨਹੀਂ ਹੈ, ਅਸੀਂ ਫਲੈਕਸੀਬਲ ਹੈ। ਜਿਹੜੀ ਸਾਡੀ ਇਸ ਮਹੀਨੇ ਦੀ 30% ਸੈਲਰੀ ਹੈ ਤੁਸੀਂ 5 ਦਿਨ 10 ਦਿਨ ਰੁਕ ਕੇ ਦੇ ਦਿਓ। ਅਗਰ ਤੁਹਾਡੇ ਕੋਲ ਫੰਡ ਘੱਟ ਹੈ ਤਾਂ 10 ਦਿਨ ਬਾਅਦ ਸੈਲਰੀ ਦੇ ਦਿਓ। ਲੇਕਿਨ ਇਹ ਸਾਨੂੰ ਕਹਿੰਦੇ ਤੁਸੀਂ ਚੰਡੀਗੜ੍ਹ ਆਓ। ਸਾਡਾ ਫੈਸਲਾ ਇਹ ਹੈ ਕਿ ਜਦ ਤੱਕ ਸਾਡੀ ਮਈ ਮਹੀਨੇ ਦੀ 100% ਸੈਲਰੀ ਦਾ ਨੋਟਿਸ ਨਹੀਂ ਲੱਗਦਾ ਐਮਡੀ ਸਾਹਿਬ ਦੇ ਸਾਈਨ ਹੋ ਕੇ, ਅਸੀਂ ਚੰਡੀਗੜ੍ਹ ਜਾਣ ਵਾਸਤੇ ਤਿਆਰ ਨਹੀਂ ਹੈ। ਹਾਂ, ਐਮਡੀ ਸਾਹਿਬ ਦੀ ਮੀਟਿੰਗ 'ਚ ਜਾਵਾਂਗੇ, ਉੱਥੇ ਸਾਡੇ ਮੁੱਦੇ 2 ਹੋਣੇ ਹੈ। ਜਿਹੜੀ ਅਪ੍ਰੈਲ ਮਹੀਨੇ ਦੀ 50% ਸੈਲਰੀ ਲੈਣੀ ਹੈ, ਇੱਕ ਸਾਡਾ ਐਕਸਗ੍ਰੇਸ਼ੀਆ ਪੈਂਡਿੰਗ ਪਿਆ ਵਾ 2018-19 ਦਾ, ਉਹਦੀ ਪੇਮੈਂਟ ਕਦੋਂ ਹੋਣੀ ਹੈ ਉਹ ਅਸੀਂ ਐਮਡੀ ਸਾਹਿਬ ਨਾਲ ਬਹਿ ਕੇ ਡਿਸਕਸ ਕਰਾਂਗੇ। ਕੁਝ ਸਾਡੀਆਂ ਗੱਲਾਂ ਹੈਗੀਆਂ ਸਾਡੇ ਵਰਕਰਾਂ ਦੀ ਸਿਕਿਉਰਿਟੀ ਨੂੰ ਲੈ ਕੇ, ਸੇਫਟੀ ਨੂੰ ਲੈ ਕੇ, ਕਿ ਪਲਾਂਟ ਦੇ ਵਿੱਚ ਹੁਣੇ ਹੀ ਪਿਛਲੇ ਹਫ਼ਤੇ ਅੱਗ ਲੱਗੀ, ਅੱਜ ਵੀ ਇੱਕ ਧਮਾਕਾ ਹੋ ਗਿਆ ਇੱਥੇ ਐਚਸੀਐਲ ਫਰਨਸ ਦੇ ਉੱਪਰ, ਉਹਦਾ ਐਬਜ਼ੋਰਬਰ ਉੱਡ ਗਿਆ। ਪਲਾਂਟ ਦੇ ਵਿੱਚ ਸੇਫਟੀ ਨਾਂ ਦੀ ਕੋਈ ਚੀਜ਼ ਨਹੀਂ ਹੈ। ਇਹਨਾਂ ਗੱਲਾਂ ਨੂੰ ਲੈ ਕੇ ਸਾਡਾ ਰੋਸ ਹੈ। ਅਸੀਂ ਧਰਨੇ ਤੇ ਬੈਠੇ ਹੋਏ ਹਾਂ, ਅਸੀਂ ਉੱਥੇ ਪੀਸਫੁਲੀ ਧਰਨਾ ਦੇ ਰਹੇ ਹਾਂ, ਕੋਈ ਐਸੇ ਤੋੜਬਾਨ ਨਹੀਂ ਹੈ। ਪਲਾਂਟ ਪੂਰੇ ਲੋਡ ਤੇ ਚੱਲ ਰਿਹਾ। ਤੁਹਾਡੇ ਮਾਧਿਅਮ ਰਾਹੀਂ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਹਾਂ ਪੀਐਸਐਲ ਦੇ ਕਰਮਚਾਰੀਆਂ ਨਾਲ ਨਿਆਂ ਕੀਤਾ ਜਾਵੇ, ਸਰਕਾਰ ਦੇ ਕੰਨਾਂ ਤੱਕ ਸਾਡੀ ਗੱਲ ਪਹੁੰਚਾਈ ਜਾਵੇ। ਧੰਨਵਾਦ। ਅੱਜ ਤੁਹਾਡੀ ਮੀਟਿੰਗ ਕਿਹਦੇ ਨਾਲ ਹੋਈ ਜੀ? ਅੱਜ ਸਾਡੀ ਮੀਟਿੰਗ ਇੱਥੇ ਡੀਜੀਐਮਐਚਆਰ ਸਾਡੇ ਨਾਲ ਰਾਤ ਪੂਰੀ ਰਾਤ ਬੈਠੇ ਵੀ ਰਹੇ। ਅੱਜ ਉਹਨਾਂ ਨੂੰ ਮੈਂ ਸਵੇਰੇ ਇਹ ਆਫਰ ਵੀ ਦੇ ਕੇ ਗਿਆ, ਮੈਂ ਕਿਹਾ ਸਰ ਜੇ ਤੁਸੀਂ 70% ਸੈਲਰੀ ਦੇਣੀ ਹੈ ਉਹ ਅੱਜ ਪਾ ਦਿਓ, ਜਿਹੜੀ ਬਾਕੀ 30 ਹੈਗੀ ਹੈ ਉਹ 5-10 ਦਿਨ ਬਾਅਦ ਪਾ ਦਿਓ। ਇੰਨੇ ਕੁ ਫਲੈਕਸੀਬਲ ਅਸੀਂ ਹੈਗੇ ਆ, ਅਸੀਂ ਤੁਹਾਡੇ ਨਾਲ ਕੋਆਪਰੇਟ ਕਰ ਰਹੇ ਹਾਂ। ਲੇਕਿਨ ਹੁਣ ਉਹਨਾਂ ਨੇ ਸਾਨੂੰ ਇਹ ਮੈਸੇਜ ਦਿੱਤਾ ਕਿ ਤੁਸੀਂ ਚੰਡੀਗੜ੍ਹ ਚੱਲ ਜਾਓ, ਤੁਹਾਡਾ ਸਾਰਾ ਫੈਸਲਾ ਉੱਥੇ ਐਮਡੀ ਸਾਹਿਬ ਨੇ ਕਰ ਦੇਣਾ। ਅਸੀਂ ਤਾਂ ਇਹ ਕਹਿੰਦੇ ਪਏ ਜਦ ਐਮਡੀ ਸਾਹਿਬ ਨੇ ਕੱਲ੍ਹ ਨੋਟਿਸ ਲਗਾਇਆ ਕਿ ਉਹ ਯੂਨੀਅਨ ਨੂੰ ਕੌਨਫੀਡੈਂਸ ਨਹੀਂ ਲੈ ਸਕਦੇ। ਸਾਨੂੰ 24 ਘੰਟੇ ਹਰਾਸ ਕਰਨ ਤੋਂ ਬਾਅਦ ਅੱਜ ਉਹ ਕਹਿੰਦੇ ਸਾਨੂੰ ਚੰਡੀਗੜ੍ਹ ਆ ਜਾਓ। ਸਾਡੇ ਵਰਕਰਾਂ ਦੀ ਤਾਂ ਇਹੀ ਮੰਗ ਹੈ। ਹਾਂਜੀ ਦੱਸੋ, ਚੰਡੀਗੜ੍ਹ ਜਾਣਾ ਚਾਹੀਦਾ? ਸਾਡੀ ਮੰਗ ਇਹ ਹੈ
ਸਾਡੀ ਮਈ ਮਹੀਨੇ ਦੀ ਤਨਖਾਹ ਪੂਰੀ ਦੇ ਦਿਓ, ਉਹ ਤੋਂ ਬਾਅਦ ਬਾਕੀ ਗੱਲਾਂ ਅਸੀਂ ਐਮਡੀ ਸਾਹਿਬ ਨਾਲ ਕਰ ਲਾਂਗੇ ਜਾ ਕੇ। ਤੁਹਾਡੀ ਠੀਕ ਹੈ ਮੀਟਿੰਗ ਮੀਟਿੰਗ ਡੀਜੀਐਮ ਸਾਹਿਬ ਨਾਲ ਹੋਈ ਹੈ? ਕਿਆ ਇੱਥੇ ਕੋਈ ਜੀਐਮ ਨਹੀਂ ਹੈ ਪਲਾਂਟ 'ਚ? ਇਸ ਫੈਕਟਰੀ 'ਚ ਕੋਈ ਜੀਐਮ ਨਹੀਂ ਹੈ ਜੀ। ਇਹ ਕਾਫੀ ਲੰਬੇ ਸਮੇਂ ਤੋਂ ਸਾਡੀ ਡਿਮਾਂਡ ਹੈ ਵੀ ਇੱਥੇ ਇੱਕ ਕੰਪਨੀ ਦਾ ਜੀਐਮ ਵਰਕਸ ਰੱਖਿਆ ਜਾਵੇ, ਡਾਇਰੈਕਟਰ ਲੈਵਲ ਦਾ ਬੰਦਾ ਹੋਵੇ ਜਿਹਦੀ ਸਿੱਧੀ ਡਾਇਰੈਕਟ ਐਮਡੀ ਨਾਲ ਰਿਪੋਰਟਿੰਗ ਹੋਵੇ। ਜਿਹੜੇ ਸਾਡੇ ਡੀਜੀਐਮ ਹੈ ਇਹਦੀ ਰਿਪੋਰਟਿੰਗ ਹੈਗੀ ਇੱਕ ਡਾਇਰੈਕਟਰ ਨੂੰ, ਡਾਇਰੈਕਟਰ ਦੀ ਰਿਪੋਰਟਿੰਗ ਹੈਗੀ ਐਮਡੀ ਨੂੰ। ਜਿਹੜੀਆਂ ਗੱਲਾਂ ਸਾਈਡ ਦੀਆਂ ਐਮਡੀ ਨੂੰ ਪਤਾ ਹੋਣੀਆਂ ਚਾਹੀਦੀਆਂ ਉਹਨਾਂ ਤੱਕ ਪੁੱਜਦੀਆਂ ਨਹੀਂ ਹੈ। ਉਹਨਾਂ ਦਾ ਖਾਮਿਆਜਾ ਨੰਗਲ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ, ਨੰਗਲ ਦੇ ਫੈਕਟਰੀ ਦੇ ਕਰਮਚਾਰੀਆਂ ਨੂੰ ਭੁਗਤਣਾ ਪੈ ਰਿਹਾ। ਇੱਥੇ ਸਾਡੇ 2-3 ਬਲਾਸਟ ਹੋ ਚੁੱਕੇ ਆ। ਪਿੱਛੇ 2018 ਦੇ ਵਿੱਚ ਇੱਕ ਐਕਸੀਡੈਂਟ ਕਰਕੇ ਸਾਡੇ ਕਰਮਚਾਰੀ ਦੀ ਮੌਤ ਵੀ ਹੋਈ, ਉਹ ਵੀ ਬੜੀ ਇੱਕ ਦੁਖਦਾਈ ਗੱਲ ਸੀਗੀ। ਹੁਣ ਵੀ ਜਿਹੜਾ ਐਕਸੀਡੈਂਟ ਹੋਇਆ, ਅੱਗ ਲੱਗੀ, ਇਹ ਕੋਈ ਕਸਰ ਨਹੀਂ ਰਹਿ ਗਈ। ਇਹ ਸਾਡੇ ਕਰਮਚਾਰੀ ਟ੍ਰੇਨ ਸੀਗੇ, ਇਹਨਾਂ ਨੇ ਅੱਗ ਨੂੰ ਸੰਭਾਲ ਲਿਆ। NFL ਤੋਂ ਭਾਜੀ, NFL ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਈਆਂ, ਉਹਨਾਂ ਨਾਲ ਅੱਗ ਬੁਝਾਈ ਗਈ। 25 ਮਿੰਟ ਅੱਗ ਲੱਗੀ ਰਹੀ। ਅਗਰ ਜੇ ਕਿਤੇ ਬੈਕ ਫਾਇਰ ਹੋ ਜਾਂਦੀ ਤਾਂ ਪੂਰਾ ਇਲਾਕਾ ਤਬਾਹ ਕਰ ਦੇਣਾ ਸੀ ਇਹਨਾਂ ਨੇ। ਇੱਥੇ ਇੱਕ GM ਵਰਕਸ ਜਿਹੜਾ ਟ੍ਰੇਨਡ ਹੋਇਆ ਕਾਸਟਿਕ ਕੁਲੀਨ ਇੰਡਸਟਰੀ ਦਾ, ਉਹਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਉਹਦੀ ਡਾਇਰੈਕਟ ਰਿਪੋਰਟਿੰਗ MD ਸਾਹਿਬ ਨੂੰ ਹੋਣੀ ਚਾਹੀਦੀ। ਦੇਖੋ, ਸੈਲਰੀ ਦਾ ਤਾਂ ਸਵਾਲ ਹੈਗਾ ਗਾ। ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਕਰੋਨਾ ਮਹਾਮਾਰੀ ਫੈਲੀ ਹੋਈ ਆਲ ਓਵਰ ਵਰਲਡ 'ਚ ਹੀ ਹੈਗੀ ਹੈ, ਤਾਂ ਇੰਡੀਆ ਵੀ ਵਾਂਝੀ ਨਹੀਂ ਰਹੀ ਹੈਗੀ ਹੈ। ਅਤੇ ਇਹ 23 ਮਾਰਚ ਤੋਂ ਲਾਕਡਾਊਨ ਹੋਇਆ ਸੀਗਾ ਡਿਕਲੇਅਰ ਇੰਡੀਆ ਦੇ ਵਿੱਚ, ਗਵਰਨਮੈਂਟ ਨੇ ਕੀਤਾ ਸੀਗਾ। ਔਰ ਕਿਉਂਕਿ ਲਾਕਡਾਊਨ ਡਿਕਲੇਅਰ ਹੋਣ ਤੋਂ ਬਾਅਦ ਜਿਹੜਾ ਪਲਾਂਟ ਹੈਗਾ ਜਾਂ ਤਾਂ ਉਹ ਕਾਫੀ ਟਾਈਮ ਬੰਦ ਰਿਹਾ ਜਾਂ ਵਿੱਚ ਨੂੰ ਘੱਟ ਲੋਡ 'ਤੇ ਚੱਲਿਆ ਹੈਗਾ। ਅਤੇ ਓਬਵੀਅਸਲੀ ਜਿਹੜੀ ਪੈਸਾ ਜਿਹੜਾ ਸਰਕਲ ਸੀਗਾ ਪੈਸੇ ਦਾ, ਉਹ ਸਾਰਾ ਡਿਸਟਰਬ ਹੋ ਗਿਆ ਹੈਗਾ। ਜੋ ਮਾਰਕੀਟ 'ਚੋਂ ਪੈਸਾ ਆਉਂਦਾ ਸੀਗਾ, ਜਿਹਦੇ ਵਿੱਚੋਂ ਸਾਰੇ ਖਰਚੇ ਪੂਰੇ ਕੀਤੇ ਜਾਂਦੇ ਸਨ, ਉਹ ਪੈਸਾ ਘਟ ਗਿਆ ਹੈਗਾ। ਕਿਉਂਕਿ ਉਹਦੇ ਵਿੱਚੋਂ ਹੀ ਸਾਰਾ ਬਿਜਲੀ ਦੇ ਖਰਚੇ ਜਿਹੜੇ ਹੁੰਦੇ, ਰॉ ਮਟੀਰੀਅਲ ਜਿਹੜੇ ਵਿੱਚ ਸੈਲਰੀ ਹੈਗੀ, ਵਿੱਚ ਬਾਕੀ GST ਵਗੈਰਾ, ਇਨਕਮ ਟੈਕਸ ਸਾਰੇ ਉਹਦੇ ਵਿੱਚੋਂ ਕਰਨੇ ਹੁੰਦੇ ਪੂਰੇ। ਉਹ ਸਾਈਕਲ ਡਿਸਟਰਬ ਹੋ ਗਿਆ। ਇਸ ਕਰਕੇ ਅਸੀਂ ਇਹਨਾਂ ਨੂੰ ਮਾਰਚ ਜਿਹੜੀ ਸੈਲਰੀ ਸੀਗੀ ਉਹ ਆਪਾਂ 80% ਦਿੱਤੀ ਸੀਗੀ, ਔਰ 20% ਇਹਨੂੰ ਕਿਹਾ ਸੀ ਵੀ ਅਸੀਂ ਜਦੋਂ ਕੰਡੀਸ਼ਨ ਠੀਕ ਹੋਈ ਉਦੋਂ ਦੇ ਦਾਂਗੇ। ਲੇਕਿਨ ਉਹ ਜਿਹੜੀ 20% ਵੀ ਸੀਗੀ ਉਹ ਅਸੀਂ ਅਗਲੇ ਮਹੀਨੇ ਅਪ੍ਰੈਲ ਦੇ ਵਿੱਚ ਬਾਕੀ ਦੀ ਜਿਹੜੀ ਅਪ੍ਰੈਲ ਦੀ 50% ਸੈਲਰੀ ਉਹਦੇ ਨਾਲ ਦੇ ਦਿੱਤੀ ਸੀਗੀ। ਅਤੇ ਜਿਹੜੀ ਅਪ੍ਰੈਲ ਦੀ ਬੈਲੈਂਸ 50% ਸੈਲਰੀ ਸੀ, ਅਸੀਂ ਉਹਨਾਂ ਨੂੰ ਕਿਹਾ ਗਿਆ ਕਿ ਉਹ ਜਦੋਂ ਕੰਪਨੀ ਦੀ ਕੰਡੀਸ਼ਨ ਇੰਪਰੂਵ ਹੁੰਦੀ ਹੈਗੀ ਹੈ ਉਹ ਉਦੋਂ ਦੇ ਦਿੱਤੀ ਜਾਏਗੀ। ਕਿਉਂਕਿ ਅਪ੍ਰੈਲ ਦੇ ਵਿੱਚ ਵੀ ਪਲਾਂਟ ਜਿਹੜਾ ਹੈਗਾ ਉਹ ਬਹੁਤ ਘੱਟ ਲੋਡ 'ਤੇ ਚੱਲਿਆ ਹੈਗਾ, ਕਿਉਂਕਿ ਮਾਰਕੀਟ ਦੇ ਵਿੱਚ ਕਾਸਟਿਕ ਦੀ ਜਿਹੜੀ ਡਿਮਾਂਡ ਹੈਗੀ ਉਹ ਬਹੁਤ ਘੱਟ ਹੈਗੀ ਹੈ। ਕਿਉਂਕਿ ਜਿਹੜਾ ਸਾਡਾ ਇੱਕ ਪ੍ਰੋਡਕਟ ਹੈਗਾ ਉਹ ਰॉ ਮਟੀਰੀਅਲ ਹੈਗਾ। ਜਿਹੜੀਆਂ ਇੰਡਸਟਰੀਜ਼ ਇਹ ਰॉ ਮਟੀਰੀਅਲ ਕੰਜ਼ਿਊਮ ਕਰਦੀਆਂ ਹੈਗੀਆਂ ਉਹ ਜ਼ਿਆਦਾਤਰ ਇੰਡਸਟਰੀ ਬੰਦ ਹੈਗੀ ਹੈ ਜਾਂ ਬਹੁਤ ਹੀ ਘੱਟ ਲੋਡ 'ਤੇ ਚੱਲ ਰਹੇ ਹਨ। ਇਸ ਕਰਕੇ ਜਿਹੜਾ ਸਾਡਾ ਡਿਮਾਂਡ ਹੈਗੀ ਉਹਦੀ ਘੱਟ ਰਹੀ ਹੈਗੀ ਹੈ। ਸਿਮਿਲਰਲੀ ਮਈ ਦੇ ਵਿੱਚ ਵੀ ਜਿਹੜੀ ਇਹਨਾਂ ਦੀ ਸੈਲਰੀ ਸੀਗੀ ਉਹ ਵੀ, ਕਿਉਂਕਿ ਮਈ ਦੇ ਵਿੱਚ ਵੀ ਕਰਫਿਊ ਜਿਹੜਾ ਹੈਗਾ 18 ਮਈ ਤੱਕ ਰਿਹਾ ਹੈਗਾ, ਲਾਕਡਾਊਨ ਹਾਲੇ ਵੀ ਚੱਲ ਰਿਹਾ ਹੈਗਾ। ਮਾਰਕੀਟ ਹਾਲੇ ਜਿਹੜੀ ਇੰਡਸਟਰੀ ਹੈਗੀ ਹੈ ਪੂਰੀ ਤਰ੍ਹਾਂ ਚੱਲੀ ਨਹੀਂ ਹੈਗੀ ਹੈ। ਅਤੇ ਜਿਸ ਤਰ੍ਹਾਂ ਹੀ ਹੌਲੀ ਹੌਲੀ ਜਿਹੜੀ ਆਪਣਾ ਲਾਕਡਾਊਨ ਖੁੱਲ੍ਹ ਰਿਹਾ ਹੈਗਾ, ਇੰਡਸਟਰੀ ਚੱਲੂਗੀ, ਅੱਗੇ ਇੰਡਸਟਰੀ ਚੱਲੂਗੀ, ਸਾਡਾ ਜਿਹੜਾ ਪ੍ਰੋਡਕਟ ਹੈਗਾ ਉਹ ਲੈਣਗੇ ਅਤੇ ਓਬਵੀਅਸਲੀ ਉਹਦੀ ਡਿਮਾਂਡ ਵਧੇਗੀ ਅਤੇ ਪੈਸਾ ਸਾਈਕਲ 'ਚ ਆਏਗਾ ਅਤੇ ਉਹ ਹੌਲੀ ਹੌਲੀ ਸਾਰੇ ਚੀਜ਼ਾਂ ਨੋਰਮਲ ਹੋਣਗੀਆਂ। ਸੋ ਇਸ ਕਰਕੇ ਮਈ ਦੀ ਜਿਹੜੀ ਸੈਲਰੀ ਹੈਗੀ ਉਹ ਵੀ ਅਸੀਂ 70% ਬੜੀ ਮੁਸ਼ਕਿਲ ਦੇ ਨਾਲ ਇਹਨਾਂ ਨੂੰ ਦੇ ਪਾ ਰਹੇ ਹੈਗੇ। ਜਿਹੜੀ ਬੈਲੈਂਸ 30% ਹੈਗੀ ਹੈ ਉਹ ਅਸੀਂ ਡੈਫਰ ਕਰ ਰਹੇ ਹੈਗੇ, ਕਿਉਂਕਿ ਅੰਡਰ ਦੀ ਕੰਪੈਲਿੰਗ ਸਰਕਮਸਟੈਂਸਿਸ ਸਾਨੂੰ ਕਰਨਾ ਪਿਆ। ਅਗਰ ਨਹੀਂ ਕਰਦੇ ਤਾਂ ਸਾਨੂੰ ਹੋਰ ਕੋਈ ਚਾਰਾ ਨਹੀਂ ਹੈਗਾ ਕਿ ਪੈਸੇ ਦੀ ਜਿਹੜੀ ਹੈਗੀ ਆ ਉਹ ਸਰਕਲ ਹੈਗਾ, ਸਾਈਕਲ ਹੈਗਾ, ਉਹ ਡਿਸਟਰਬ ਹੋ ਚੁੱਕਾ ਬੁਰੀ ਤਰ੍ਹਾਂ ਦੇ ਨਾਲ। ਸਰ ਜੀ, ਜਿਹੜਾ ਯੂਨਿਟ 1 ਦਾ ਬੰਦ ਹੋਣ ਦਾ ਮਸਲਾ ਕੀ ਹੈ ਜੀ? ਸਰ ਕਹਾਣੀ ਕੀ ਹੈ? बेसिकली जो है डिमांड एंड सप्लाई की प्रॉब्लम हैगी है। बिकॉज कोरोना वायरस होने तो बाद जी ओवरऑल इंडस्ट्री मतलब स्लंप आया है, जो इंडस्ट्री की डिसमल कंडीशन हैगी है वो है कि साड़ी जिन्नी भी डाउनस्ट्रीम इंडस्ट्री है जिते साडा प्रोडक्ट कंज्यूम होता है, देयर आर वेरी फ्यू टेकर्स। उत्थे साडा माल लग नहीं रहा, कोई इंडस्ट्री बंद है। तो इस सिचुएशन के ਆਪਾਂ ਐਕਚੁਅਲੀ ਪ੍ਰੋਡਕਸ਼ਨ ਹੀ ਉਨੀ ਕਰ ਸਕਦੇ ਹਾਂ ਜਿੰਨਾ ਸਾਡਾ ਮਾਲ ਨਿਕਲੇਗਾ। ਸੋ ਓਵਰਆਲ ਕਿਉਂਕਿ ਡਿਮਾਂਡ ਘੱਟ ਹੈ ਜਾਂ ਕੰਜ਼ੰਪਸ਼ਨ ਘੱਟ ਹੈ, ਇਸ ਕਰਕੇ ਸਾਨੂੰ ਵੀ ਅਕੋਰਡਿੰਗਲੀ ਆਪਣੇ ਫਾਰਮ ਦੀ ਜਿਹੜੀ ਪ੍ਰੋਡਕਸ਼ਨ ਹੈ ਉਹ ਡਾਊਨ ਕਰਨੀ ਪਏਗੀ। ਮਤਲਬ ਜਿੱਦਾਂ ਹੁਣ ਸਾਡੇ ਕੋਲ 2 ਯੂਨਿਟ ਹੈ, 1 ਯੂਨਿਟ ਆਪਾਂ ਫਿਲਹਾਲ ਜਿਹੜਾ ਮਤਲਬ ਐਨਰਜੀ ਕੰਜ਼ੰਪਸ਼ਨ ਜਿੱਥੇ ਜ਼ਿਆਦਾ ਹੁੰਦੀ ਹੈ, ਲੋ ਐਨਰਜੀ ਐਫੀਸ਼ੀਐਂਟ ਪਲਾਂਟ ਹੈ, ਉਹ ਅਸੀਂ ਫਿਲਹਾਲ ਉਹਨੂੰ ਬੰਦ ਰੱਖਿਆ ਹੋਇਆ। ਅਤੇ ਯੂਨਿਟ 2 ਹੈ ਜਿਹੜਾ ਬੈਟਰ ਐਨਰਜੀ ਕੰਜ਼ੰਪਸ਼ਨ ਹੈਗੀ ਹੈ, एनर्जी सेविंग होती है, वो असी यूनिट चला के रखा हुआ है। तो जिन्नी भी साड़ी डिमांड हैगी है जो प्रोडक्शन रिक्वायरमेंट है वो साड़ी यूनिट 2 तो पूरी हो रही है। रादर यूनिट 2 भी असी काफ़ी घट कैपेसिटी पर चला रहे हैं। एक सेफ्टी का कंसर्न बहुत आ रहा जी इन्होंने। थोड़ी यूनियन जी हैगी है कि पिछले हफ्ते भी ब्लास्ट हुए थे, इतने कोई
ਇੱਕ ਅੱਜ ਸਵੇਰੇ ਵੀ ਕੁਝ ਹੋਇਆ ਇੱਦਾਂ ਦਾ, ਉਹਦੇ ਰਿਗਾਰਡਿੰਗ ਕੀ ਪ੍ਰੀਕਾਸ਼ਨਸ ਕੀਤੀ ਜਾ ਰਹੀਆਂ ਜਾਂ ਸੇਫਟੀ ਦਾ ਓਵਰਆਲ ਪਲਾਨ ਦਾ ਜੋ ਹੈ ਅਸੀਂ ਪੂਰੇ ਪੈਰਾਮੀਟਰਸ ਜੋ ਹੈ ਉਹ ਮੇਨਟੇਨ ਕਰ ਰਹੇ ਹਾਂ ਤੇ ਬਾਕੀ ਰਨਿੰਗ ਪਲਾਨ ਦੇ ਵਿੱਚ ਕੁਝ ਛੋਟਾ ਮੋਟਾ ਇਹੋ ਜਿਹਾ ਇਸ਼ੂ ਮੇਨਟੇਨੈਂਸ ਦਾ ਚਲੋ ਹੁੰਦਾ ਰਹਿੰਦਾ, ਬਾਕੀ ਅਦਰਵਾਈਜ਼ ਕੋਈ ਐਸ ਸੱਚ ਕੋਈ ਵੱਡਾ ਇਸ਼ੂ ਜਾਂ ਕਹਿ ਲਓ ਜਾਂ ਉਹ ਕੋਈ ਪ੍ਰੋਬਲਮ ਨਹੀਂ ਹੈ ਸੇਫਟੀ ਦੀ। ਠੀਕ ਹੈ।